ਮੇਰੇ ਮਰੀਜ਼ ਅਕਸਰ ਇਹ ਮੈਨੂੰ ਸਵਾਲ ਪੁੱਛਦੇ ਹਨ ਕਿ ਡਾਕਟਰ ਸਾਹਿਬ ਆਖਿਰ ਖੋੜਾਂ ਹੁੰਦੀਆਂ ਹੀ ਕਿਉਂ ਹਨ। ਤਾਂ ਮੇਰਾ ਇੱਕੋ ਜਵਾਬ ਹੁੰਦਾ ਹੈ ਕਿ ਤੁਸੀਂ ਬਰਸ਼ ਨਹੀਂ ਕਰਦੇ, ਤੁਸੀਂ ਰਾਤ ਨੂੰ ਬਰਸ਼ ਨਹੀਂ ਕਰਦੇ, ਤੁਸੀਂ ਮਿੱਠਾ ਬਹੁਤ ਖਾਂਦੇ ਹੋ, ਤਾਂ ਹੀ ਤੁਹਾਡੇ ਮੂੰਹ ਵਿੱਚ ਖੋੜਾਂ ਦਾ ਆਗਮਨ ਹੁੰਦਾ ਹੈ। ਪਰ ਉਹਨਾਂ ਦਾ ਜਵਾਬ ਮੈਨੂੰ ਹੈਰਾਨ ਕਰ ਦਿੰਦਾ ਹੈ। ਉਹ ਅਕਸਰ ਕਹਿੰਦੇ ਹਨ ਕਿ ਅਸੀਂ ਦੋ ਟਾਈਮ ਬਰਸ਼ ਕਰਦੇ ਹਾਂ, ਅਸੀਂ ਜ਼ਿਆਦਾ ਮਿੱਠਾ ਵੀ ਨਹੀਂ ਖਾਂਦੇ, ਪਰ ਫਿਰ ਵੀ ਸਾਡੇ ਮੂੰਹ ਵਿੱਚ ਖੋੜਾਂ ਕਿਉਂ ਹੋ ਜਾਂਦੀਆਂ ਹਨ। ਪਿਆਰੇ ਦੋਸਤੋ, ਅੱਜ ਇਹਨਾਂ ਹੀ ਸਵਾਲਾਂ ਦਾ ਜਵਾਬ ਦੇਣ ਲਈ ਮੈਂ ਤੁਹਾਡੇ ਸਾਹਮਣੇ ਰੂਬਰੂ ਹੋਇਆ ਹਾਂ। ਵਾਕਈ ਹੀ ਦੰਦ ਦੀ ਖੋੜ ਸਾਡੀ ਸਭਿਅਤਾ ਵਾਸਤੇ ਇੱਕ ਚੁਣੌਤੀ ਹੈ। ਦੰਦ ਦੀ ਖੋੜ ਦੰਦ ਦੇ ਸਖਤ ਹਿੱਸੇ ਦਾ ਰੋਗ ਹੈ। ਇਸ ਰੋਗ ਵਿੱਚ ਦੰਦ ਦੀਆਂ ਸਖਤ ਤਹਿਾਂ ਅਨੈਮਲ ਤੇ ਡੈਂਟਿਨ ਗਲ ਜਾਂਦੀਆਂ ਹਨ ਤੇ ਦੰਦ ਖੋਖਲਾ ਹੋ ਜਾਂਦਾ ਹੈ। ਇਹ ਸਟ੍ਰੈਪਟੋਕੋਕਸ ਪਰਿਵਾਰ ਦੇ ਤੇਜ਼ਾਬੀ ਮਾਦਾ ਪੈਦਾ ਕਰਨ ਵਾਲੇ ਜੀਵਾਣੂਆਂ ਤੋਂ ਉਤਪੰਨ ਹੋਣ ਵਾਲੀ ਬਿਮਾਰੀ ਹੈ। ਪਿਆਰੇ ਦੋਸਤੋ, ਆਮ ਤੌਰ 'ਤੇ ਵਿਸ਼ੇਸ਼ ਹਾਲਤਾਂ ਵਿੱਚ ਜਦ ਜੀਵਾਣੂ ਪੈਦਾ ਹੁੰਦੇ ਹਨ ਤਾਂ ਇਹ ਰਸਾਇਣਿਕ ਕਿਰਿਆ ਸਦਕਾ ਸਾਡੇ ਨਜ਼ਦੀਕੀ ਅੰਗਾਂ ਅਤੇ ਉਹਨਾਂ ਦੇ ਕੁਝ ਹਿੱਸਿਆਂ ਦੀ ਬਣਾਵਟ ਵਿੱਚ ਫਰਕ ਲਿਆਉਂਦੇ ਹਨ। ਜੀਵਾਣੂਆਂ ਦੀ ਇਸ ਕਿਰਿਆ ਨੂੰ ਖਮੀਰ ਉਠਾਉਣਾ ਜਾਂ ਫਰਮੈਂਟੇਸ਼ਨ ਆਖਿਆ ਜਾਂਦਾ ਹੈ। ਦੰਦ ਦੀ ਖੋੜ ਵੀ ਸਾਡੇ ਸਰੀਰ ਵਿੱਚ ਫਰਮੈਂਟੇਸ਼ਨ ਹੋਣ ਦੀ ਹਾਲਤ ਦੀ ਹੀ ਇੱਕ ਉਦਾਹਰਣ ਹੈ। ਇਹ ਮਨੁੱਖੀ ਸਰੀਰ ਦੀ ਸਭ ਤੋਂ ਪੁਰਾਣੀ ਬਿਮਾਰੀ ਹੈ। ਦੰਦ ਦੀ ਖੋੜ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਇਲਾਜ ਹੋਣ ਤੋਂ ਬਾਅਦ ਵੀ ਸਾਰੀ ਉਮਰ ਲਈ ਆਪਣੇ ਨਿਸ਼ਾਨ ਛੱਡ ਜਾਂਦੀ ਹੈ। ਇਹ ਰੋਗ ਹਰ ਜਾਤ ਵਿੱਚ, ਹਰ ਉਮਰ ਵਿੱਚ, ਹਰ ਲਿੰਗ ਵਿੱਚ, ਹਰ ਸਮਾਜ ਵਿੱਚ ਵੇਖਿਆ ਜਾਂਦਾ ਹੈ। ਦੰਦ ਵਿੱਚ ਜਦ ਖੋੜ ਬਣਨੀ ਸ਼ੁਰੂ ਹੁੰਦੀ ਹੈ ਤਾਂ ਆਦਮੀ ਨੂੰ ਕੁਝ ਵੀ ਪਤਾ ਨਹੀਂ ਲੱਗਦਾ, ਕਿਉਂਕਿ ਇਸ ਬਿਮਾਰੀ ਦੀ ਸ਼ੁਰੂਆਤ ਵਿੱਚ ਕਿਸੇ ਵੀ ਤਰ੍ਹਾਂ ਦੀ ਦਰਦ ਨਹੀਂ ਹੁੰਦੀ। ਮਰੀਜ਼ ਤਾਂ ਦਰਦ ਹੋਣ 'ਤੇ ਹੀ ਚੌਕਸ ਹੁੰਦਾ ਹੈ, ਪਰ ਤਦ ਤੱਕ ਦੰਦ ਦੀ ਖੋੜ ਕਾਫੀ ਹੱਦ ਤੱਕ ਵੱਧ ਚੁੱਕੀ ਹੁੰਦੀ ਹੈ। ਦੰਦ ਦੀ ਖੋੜ ਦੰਦ ਦੇ ਕੁਝ ਖਾਸ ਹਿੱਸਿਆਂ ਵਿੱਚ ਸ਼ੁਰੂ ਹੁੰਦੀ ਹੈ। ਦੰਦ ਵਿਗਿਆਨ ਵਿੱਚ ਦੰਦ ਦੇ ਇਹਨਾਂ ਹਿੱਸਿਆਂ ਨੂੰ ਖਤਰਨਾਕ ਖੇਤਰ ਯਾਨੀ ਡੇਂਜਰ ਜ਼ੋਨਸ ਆਖਿਆ ਜਾਂਦਾ ਹੈ। ਇੱਕ ਆਮ ਆਦਮੀ ਨੂੰ ਇਹਨਾਂ ਡੇਂਜਰ ਏਰੀਆਜ਼ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਇਸ ਬਿਮਾਰੀ ਨੂੰ ਸ਼ੁਰੂ ਹੁੰਦਿਆਂ ਹੀ ਪਹਿਚਾਨ ਸਕਦਾ ਹੈ ਅਤੇ ਡਾਕਟਰੀ ਸਹਾਇਤਾ ਅਤੇ ਸਲਾਹ ਵੀ ਲੈ ਸਕਦਾ ਹੈ। ਦੰਦ ਦੇ ਇਹ ਹਿੱਸੇ ਕੁਝ ਇਸ ਤਰ੍ਹਾਂ ਹਨ ਦੋਸਤੋ। ਪਹਿਲਾ ਦੰਦ ਦਾ ਉਹ ਹਿੱਸਾ ਹੈ ਜਿੱਥੇ ਦੋ ਗੁਆਂਢੀ ਦੰਦ ਆਪਸ ਵਿੱਚ ਮਿਲਦੇ ਹਨ। ਡੈਂਟਿਸਟਰੀ ਵਿੱਚ ਇਸ ਨੂੰ ਪ੍ਰੋਕਸੀਮਲ ਸਰਫੇਸ ਆਖਿਆ ਜਾਂਦਾ ਹੈ। ਦੂਸਰਾ ਦੰਦ ਦਾ ਉਹ ਉੱਚਾ ਨੀਵਾਂ ਹਿੱਸਾ ਹੁੰਦਾ ਹੈ ਜਿਸ ਉੱਤੇ ਰੱਖ ਕੇ ਅਸੀਂ ਰੋਟੀ ਚਬਾਉਂਦੇ ਹਾਂ। ਇਸ ਹਿੱਸੇ ਨੂੰ ਪਿਟਸ ਐਂਡ ਫਿਸ਼ਰਸ ਦਾ ਏਰੀਆ ਕਿਹਾ ਜਾਂਦਾ ਹੈ। ਤੀਸਰਾ ਦੰਦ ਦਾ ਉਹ ਹਿੱਸਾ ਹੈ ਦੋਸਤੋ ਜਿੱਥੋਂ ਮਸੂੜਾ ਸ਼ੁਰੂ ਹੁੰਦਾ ਹੈ। ਇਸ ਨੂੰ ਦੰਦ ਦਾ ਸਰਵਾਈਕਲ ਹਿੱਸਾ ਆਖਿਆ ਜਾਂਦਾ ਹੈ। ਮੇਰੀ ਸਲਾਹ ਹੈ ਦੋਸਤੋ ਕਿ ਸਾਨੂੰ ਇਹਨਾਂ ਡੇਂਜਰ ਏਰੀਆਜ਼ 'ਤੇ ਆਪਣੀ ਰੋਜ਼ ਦੀ ਦਿਨਚਰਿਆ ਵਿੱਚ ਇੱਕ ਖਾਸ ਪੈਣੀ ਨਜ਼ਰ ਰੱਖਣੀ ਚਾਹੀਦੀ ਹੈ। ਚਾਹੇ ਅਸੀਂ ਬਰਸ਼ ਕਿੰਨਾ ਵੀ ਵਧੀਆ ਅਤੇ ਕਿੰਨੀ ਵੀ ਵਾਰੀ ਕਿਉਂ ਨਾ ਕਰਦੇ ਹੋਈਏ। ਦੰਦਾਂ ਦੀ ਖੋੜ ਇੱਕ ਚਿੱਟੇ ਦਾਗ ਨਾਲ ਸ਼ੁਰੂ ਹੁੰਦੀ ਹੈ। ਇਹ ਦਾਗ 1 ਤੋਂ 2 ਮਿਲੀਮੀਟਰ ਚੌੜਾ ਹੁੰਦਾ ਹੈ। ਉੱਪਰਲੀ ਤਹਿ ਅਨੈਮਲ ਸੰਵੇਦਨਸ਼ੀਲ ਨਾ ਹੋਣ ਕਰਕੇ ਕਿਸੇ ਵੀ ਤਰ੍ਹਾਂ ਦਾ ਦਰਦ ਨਹੀਂ ਹੁੰਦਾ, ਪਰ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇਕਰ ਇਸ
ਚਾਕ ਵਰਗੇ ਚਿੱਟੇ ਦਾਗ ਉੱਤੇ ਅਸੀਂ ਆਪਣੀ ਜੀਭ ਫੇਰੀਏ ਤਾਂ ਦੰਦਾਂ ਦਾ ਧਰਾਤਲ ਸਾਨੂੰ ਹਲਕਾ ਜਿਹਾ ਖੁਰਦਰਾ ਮਹਿਸੂਸ ਹੋਵੇਗਾ। ਇਹ ਖੁਰਦਰਾਪਨ ਅਸੀਂ ਤਾਂ ਹੀ ਮਹਿਸੂਸ ਕਰ ਸਕਦੇ ਹਾਂ ਜੇਕਰ ਹਰ ਰੋਜ਼ ਆਪਣੇ ਦੰਦਾਂ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਨੂੰ ਬਹੁਤ ਧਿਆਨ ਨਾਲ ਵੇਖੀਏ ਜਾਂ ਮਹਿਸੂਸ ਕਰੀਏ। ਦੋਸਤੋ, ਇਸ ਚਿੱਟੇ ਦਾਗ ਨੂੰ ਪਹਿਚਾਨ ਲੈਣਾ ਜਾਂ ਮਹਿਸੂਸ ਕਰ ਲੈਣਾ ਆਉਣ ਵਾਲੇ ਸਮੇਂ ਵਿੱਚ ਸਾਡੇ ਦੰਦਾਂ ਉੱਤੇ ਆਉਣ ਵਾਲੀ ਅਣਸੁਖਾਵੀ ਘਟਨਾ ਨੂੰ ਰੋਕਣਾ ਹੀ ਤਾਂ ਹੈ। ਇਸ ਹਾਲਤ ਵਿੱਚ ਦੰਦ ਬਹੁਤ ਹੀ ਘੱਟ ਸਮੇਂ ਵਿੱਚ ਤੇ ਬਹੁਤ ਹੀ ਘੱਟ ਖਰਚੇ ਵਿੱਚ ਤੇ ਬਹੁਤ ਹੀ ਘੱਟ ਮਿਹਨਤ ਨਾਲ ਇਸ ਦੰਦ ਨੂੰ ਬਚਾਇਆ ਜਾ ਸਕਦਾ ਹੈ। ਤੁਹਾਡੇ ਦੰਦਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਡਰਿਲ ਆਦਿ ਦੀ ਵਰਤੋਂ ਤੁਹਾਡੇ ਡੈਂਟਿਸਟ ਨੂੰ ਨਹੀਂ ਕਰਨੀ ਪੈਂਦੀ। ਪਰ ਪਿਆਰੇ ਦੋਸਤੋ, ਮੈਂ ਤੁਹਾਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਕਿ ਜੇਕਰ ਇਸ ਸਥਿਤੀ ਨੂੰ ਅਸੀਂ ਅੱਖੋਂ ਓਹਲੇ ਕਰ ਦਿੰਦੇ ਹਾਂ ਤਾਂ ਹੌਲੀ ਹੌਲੀ ਇਹ ਚਿੱਟਾ ਨਿਸ਼ਾਨ ਭੂਰੇ ਨਿਸ਼ਾਨ ਵਿੱਚ ਬਦਲ ਜਾਂਦਾ ਹੈ ਤੇ ਦੰਦ ਦਾ ਖੁਰਦਰਾਪਨ ਹੋਰ ਵੀ ਵੱਧ ਜਾਂਦਾ ਹੈ। ਇਹ ਭੂਰਾ ਰੰਗ ਤੇ ਖੁਰਦਰੇਪਨ ਵਿੱਚ ਵਾਧਾ ਇਹ ਦੱਸਦਾ ਹੈ ਕਿ ਦੰਦ ਦੀ ਖੋੜ ਡੈਂਟੀਨ ਤੱਕ ਪਹੁੰਚ ਚੁੱਕੀ ਹੈ, ਜੋ ਦੰਦ ਦੀ ਦੂਸਰੀ ਤਹਿ ਹੁੰਦੀ ਹੈ। ਡੈਂਟੀਨ ਇੱਕ ਸੰਵੇਦਨਸ਼ੀਲ ਤਹਿ ਹੋਣ ਕਰਕੇ ਇਸ ਹਾਲਤ ਵਿੱਚ ਦੰਦ ਨੂੰ ਥੋੜਾ ਥੋੜਾ ਠੰਡਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਦਰਦ ਦੇ ਹਲਕੇ ਹਲਕੇ ਝਟਕੇ ਮਹਿਸੂਸ ਹੋਣ ਲੱਗਦੇ ਹਨ। ਪਰ ਇਸ ਹਾਲਤ ਵਿੱਚ ਵੀ ਦੰਦ ਦੀ ਇਸ ਖੋੜ ਨੂੰ ਬਹੁਤ ਹੀ ਵਧੀਆ ਢੰਗ ਨਾਲ ਠੀਕ ਕੀਤਾ ਜਾ ਸਕਦਾ ਹੈ। ਅੱਜ ਕੱਲ੍ਹ ਦੀਆਂ ਐਸਥੈਟਿਕ ਫੀਲਿੰਗਸ ਹੋਣ ਤੋਂ ਬਾਅਦ ਕੋਈ ਵਿਅਕਤੀ ਇਹ ਜੱਜ ਵੀ ਨਹੀਂ ਕਰ ਸਕਦਾ ਕਿ ਦੰਦ ਦੇ ਵਿੱਚ ਕਦੀ ਖੋੜ ਹੋਈ ਵੀ ਸੀ। ਪਰ ਪਿਆਰੇ ਦੋਸਤੋ, ਜੇਕਰ ਇਸ ਸਥਿਤੀ ਨੂੰ ਵੀ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਤਾਂ ਬਾਅਦ ਵਿੱਚ ਇੱਕ ਦਿਨ ਆਦਮੀ ਨੂੰ ਆਪਣਾ ਦੰਦ ਖੋਖਲਾ ਹੋਇਆ ਮਹਿਸੂਸ ਹੁੰਦਾ ਹੈ। ਇਹ ਦੰਦ ਦੀ ਵਿਕਸਿਤ ਖੋੜ ਦੀ ਸਥਿਤੀ ਹੈ। ਥੋੜਾ ਜਿਹਾ ਦੰਦ ਭੁਰ ਜਾਂਦਾ ਹੈ ਤੇ ਜੀਭ ਬਾਰ-ਬਾਰ ਇੱਕ ਛੇਕ ਦਾ ਸੰਕੇਤ ਕਰਦੀ ਹੈ। ਦੰਦ ਦਾ ਰੰਗ ਹੁਣ ਭੂਰੇ ਤੋਂ ਕਾਲਾ ਹੋ ਗਿਆ ਲੱਗਦਾ ਹੈ। ਆਮ ਤੌਰ ਤੇ ਇਸ ਹਾਲਤ ਵਿੱਚ ਬਹੁਤ ਤੇਜ਼ ਦਰਦ ਨਾਲ ਮਰੀਜ਼ ਡੈਂਟਲ ਸਰਜਨ ਕੋਲ ਪਹੁੰਚਦਾ ਹੈ। ਪਿਆਰੇ ਦੋਸਤੋ, ਜੰਮਣ ਪੀੜਾ ਯਾਨੀ ਡਿਲੀਵਰੀ ਤੋਂ ਬਾਅਦ ਇਹ ਸਰੀਰ ਦੀ ਦੂਜੀ ਵੱਡੀ ਦਰਦ ਹੁੰਦੀ ਹੈ। ਇਹ ਦਰਦ ਦੱਸਦੀ ਹੈ ਕਿ ਵਿਕਸਿਤ ਖੋੜ ਹੁਣ ਦੰਦ ਦੀ ਪਲਪ ਤੱਕ ਪਹੁੰਚ ਚੁੱਕੀ ਹੈ। ਤਕਰੀਬਨ 90% ਭਾਰਤੀ ਮਰੀਜ਼ ਇਸੇ ਹੀ ਹਾਲਤ ਵਿੱਚ ਡੈਂਟਲ ਸਰਜਨ ਕੋਲ ਆਉਂਦੇ ਹਨ ਤੇ ਇਹਨਾਂ ਵਿੱਚੋਂ ਤਕਰੀਬਨ ਅੱਧੇ ਲੋਕ ਆਪਣੇ ਦੰਦਾਂ ਤੋਂ ਸਦਾ ਲਈ ਵੰਚਿਤ ਹੋ ਜਾਂਦੇ ਹਨ। ਮਰੀਜ਼ ਸਰੀਰਕ ਤੇ ਮਾਨਸਿਕ ਪਰੇਸ਼ਾਨੀ ਦੀ ਸਿਖਰ ਤੇ ਹੁੰਦਾ ਹੈ ਤੇ ਕਿਸੇ ਵੀ ਹਾਲ ਵਿੱਚ ਇਸ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਸ਼ਾਇਦ ਇਸੇ ਕਰਕੇ ਹੀ ਮਹਾਰਿਸ਼ੀ ਸੁਸ਼ਰਤ ਨੇ ਦੰਦ ਕੱਢਣ ਵਾਲੇ ਔਜ਼ਾਰਾਂ ਨੂੰ ਸਵਾਸਤਿਕਾ ਭਾਵ ਸਿਹਤਮੰਦ ਕਰਨ ਵਾਲੇ ਔਜ਼ਾਰ ਆਖਿਆ ਸੀ। ਇਸ ਹਾਲਤ ਵਿੱਚ ਵੀ ਦੰਦ ਨੂੰ ਬਚਾਇਆ ਜਾ ਸਕਦਾ ਹੈ। ਦੰਦ ਨੂੰ ਸੁੰਨ ਕਰਕੇ ਉਸ ਦੀਆਂ ਨਸਾਂ ਕੱਟ ਦਿੱਤੀਆਂ ਜਾਂਦੀਆਂ ਹਨ ਅਤੇ ਦੰਦ ਦੀ ਸੰਵੇਦਨਸ਼ੀਲਤਾ ਖਤਮ ਹੋਣ ਕਰਕੇ ਉਸ ਦੀ ਦਰਦ ਹਮੇਸ਼ਾ ਵਾਸਤੇ ਖਤਮ ਹੋ ਜਾਂਦੀ ਹੈ। ਰੋਗੀ ਨੂੰ ਡਾਕਟਰ 3 ਜਾਂ 4 ਵਾਰ ਆਪਣੇ ਕੋਲ ਬੁਲਾਉਂਦਾ ਹੈ ਤੇ ਕਈ ਤਰ੍ਹਾਂ ਦੀਆਂ ਦਵਾਈਆਂ ਜੜ ਨਾਲਿਕਾਵਾਂ ਯਾਨੀ ਰੂਟ ਕਨਾਲ ਵਿੱਚ ਭੇਜੀਆਂ ਜਾਂਦੀਆਂ ਹਨ ਤਾਂ ਜੋ ਬਿਮਾਰੀ ਪੈਦਾ ਕਰਨ ਵਾਲੇ ਸਾਰੇ ਜੀਵਾਣੂ ਖਤਮ ਹੋ ਜਾਣ। ਦੰਦ ਜਦ ਆਰਾਮਦਾਇਕ ਹੋ ਜਾਂਦਾ ਹੈ ਤਾਂ ਇਸ ਨੂੰ ਭਰ ਦਿੱਤਾ ਜਾਂਦਾ ਹੈ। ਇਸ ਇਲਾਜ ਨੂੰ ਰੂਟ ਕਨਾਲ ਟ੍ਰੀਟਮੈਂਟ ਆਖਿਆ ਜਾਂਦਾ ਹੈ। ਇੱਕ ਆਮ ਆਦਮੀ ਨੂੰ ਇਸ ਇਲਾਜ ਦੇ ਮੰਤਵ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਡਾਕਟਰ ਦੁਆਰਾ ਦਿੱਤੀ ਸਲਾਹ ਨੂੰ ਉਹ ਪੂਰੀ ਤਰ੍ਹਾਂ ਨਾਲ ਸਮਝ ਸਕੇ। ਇਹ ਇਲਾਜ
ਆਮ ਇਲਾਜ ਤੋਂ ਤਕਰੀਬਨ 4 ਗੁਣਾ ਮਹਿੰਗਾ ਹੁੰਦਾ ਹੈ। ਜੇਕਰ ਕਿਸੇ ਦੇ ਵਿੱਤ ਤੋਂ ਇਹ ਇਲਾਜ ਬਾਹਰ ਹੈ ਤਾਂ ਦੰਦ ਕਢਵਾ ਦੇਣਾ ਹੀ ਬਿਹਤਰ ਹੁੰਦਾ ਹੈ। ਇਸ ਹਾਲਤ ਵਿੱਚ ਨੀਮ ਹਕੀਮਾਂ ਤੋਂ ਪਰੇ ਰਹਿਣਾ ਚਾਹੀਦਾ ਹੈ। ਐਵੇਂ ਹੀ ਦਵਾਈਆਂ ਲਗਵਾ ਕੇ ਅੰਦਰੋਂ ਗਲ ਚੁੱਕੇ ਦੰਦ ਨੂੰ ਮੂੰਹ ਵਿੱਚ ਰੱਖਣਾ ਖਤਰਨਾਕ ਸਿੱਧ ਹੁੰਦਾ ਹੈ। ਮੂੰਹ ਵਿੱਚ ਪਸ ਪੈਣ ਦਾ ਡਰ ਹੁੰਦਾ ਹੈ, ਜਿਸ ਨਾਲ ਸਾਡੇ ਸਰੀਰ ਨੂੰ ਹੋਰ ਵੀ ਕਈ ਤਰ੍ਹਾਂ ਦੇ ਰੋਗ ਹੋ ਸਕਦੇ ਹਨ। ਕਾਫੀ ਦੇਰ ਤੋਂ ਇਹ ਟੁੱਟਿਆ ਭੱਜਿਆ ਦੰਦ ਮੂੰਹ ਦੀ ਅੰਦਰਲੀ ਚਮੜੀ ਯਾਨੀ ਬਲਗਮੀ ਝਿੱਲੀ ਨੂੰ ਲਗਾਤਾਰ ਚੁਭਦਾ ਰਹਿੰਦਾ ਹੈ। ਨਤੀਜੇ ਵਜੋਂ ਮੂੰਹ ਵਿੱਚ ਕੈਂਸਰ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਲਈ ਇਸ ਹਾਲਤ ਵਿੱਚ ਯੋਗਤਾ ਪ੍ਰਾਪਤ ਡਾਕਟਰ ਕੋਲ ਹੀ ਜਾਣਾ ਠੀਕ ਰਹਿੰਦਾ ਹੈ, ਕਿਉਂਕਿ ਹਕੀਮ ਲੋਕਾਂ ਨੂੰ ਦੰਦ ਦੀ ਇਸ ਅਵਸਥਾ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ। ਜੇਕਰ ਆਮ ਆਦਮੀ ਨੂੰ ਇਹ ਸਭ ਦਸੀਆਂ ਦੰਦ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹੋ ਜਾਵੇ ਤਾਂ ਉਹ ਬਿਮਾਰੀ ਦੀ ਸ਼ੁਰੂਆਤ ਵਿੱਚ ਹੀ ਡਾਕਟਰੀ ਸਲਾਹ ਲੈ ਲਵੇਗਾ ਤੇ ਇਹਨਾਂ ਸਭ ਪਰੇਸ਼ਾਨੀਆਂ ਤੋਂ ਉਸ ਦਾ ਛੁਟਕਾਰਾ ਹੋ ਜਾਵੇਗਾ। ਪਿਆਰੇ ਦੋਸਤੋ, ਖੋੜਾਂ ਤੋਂ ਆਜੀਵਨ ਭਰ ਬਚਣ ਲਈ ਮੈਂ ਆਪ ਜੀ ਨੂੰ 3 ਸੁਨਹਿਰੀ ਕਦਮ ਪੁੱਟਣ ਲਈ ਆਖਾਂਗਾ। ਕਿਰਪਾ ਕਰਕੇ ਮੇਰੇ ਨਾਲ ਜੁੜੇ ਰਹੋ। ਮੈਂ ਅਗਲੀ ਵੀਡੀਓ ਵਿੱਚ ਉਹਨਾਂ 3 ਸੁਨਹਿਰੀ ਕਦਮਾਂ ਦਾ ਵਰਣਨ ਕਰਾਂਗਾ, ਜਿਨ੍ਹਾਂ ਦੇ ਨਾਲ ਤੁਸੀਂ ਦੰਦ ਦੀਆਂ ਖੋੜਾਂ ਤੋਂ ਸਦਾ ਲਈ ਮੁਕਤੀ ਪ੍ਰਾਪਤ ਕਰ ਸਕਦੇ ਹੋ। ਧੰਨਵਾਦ ਪਿਆਰੇ ਦੋਸਤੋ, ਮੇਰਾ ਆਭਾਰ ਪਿਆਰੇ ਦੋਸਤੋ।